ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਿਰੀ ਮਹੱਲਾ ਤੀਜਾ ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੁ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੁ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਹਉ ਬਲਿਹਾਰੈ ਜਾਉ, ਸਾਚੇ ਤੇਰੇ ਨਾਮ ਵਿਟੋ। ਕਾਰਨ ਕਾਰਨ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋਈ। ਰਹਾਉ ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜਾ। ਹੋ ਦਇਆਲ ਦਰਸ਼ਨ ਦੇਹੁ ਆਪੁਨਾ, ਐਸੀ ਬਖਸ਼ ਕਰੀਜਾ। ਭਣਤ ਨਾਨਕ ਭਰਮ ਪਟ ਖੂਲੇ, ਗੁਰ ਪ੍ਰਸਾਦੀ ਜਾਣਿਆ। ਸਾਚੇ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਭਣਤ ਨਾਨਕ ਭਰਮ ਪਟ ਖੂਲੇ, ਗੁਰ ਪ੍ਰਸਾਦੀ ਜਾਣਿਆ। ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਧੰਤਾ ਦੇ ਯੋਗ ਹੋ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਦੇਸ਼ ਵਿਦੇਸ਼ਾਂ ਦੇ ਅੰਦਰ, ਘਰਾਂ ਦੇ ਅੰਦਰ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ, ਜਗਤ ਜਲੰਦੇ ਦੇ ਰੱਖਿਅਕ, ਗਿਆਨ ਦੇ ਮਹਾਸਾਗਰ ਧੰਨ ਸਤਿਗੁਰੂ
ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁਖ ਵਾਕ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਨੇ ਇਸ ਪਾਵਨ ਹੁਕਮ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਹੋ ਕੇ ਬੇਨਤੀਆਂ ਕੀਤੀਆਂ ਨੇ। ਮਹਾਰਾਜ ਅਸੀਂ ਆਪ ਜੀ ਤੋਂ ਨਾਮ ਦੀ ਦਾਤ ਮੰਗਦੇ ਹਾਂ। ਅਸੀਂ ਆਪ ਜੀ ਦੇ ਦਰਸ਼ਨ ਚਾਹੁੰਦੇ ਹਾਂ। ਆਪ ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਅਤੇ ਆਪਣੇ ਪਾਵਨ ਸਰੂਪ ਦੇ ਦਰਸ਼ਨ ਬਖਸ਼ਿਸ਼ ਕਰਕੇ ਸਾਡਾ ਆਵਾਗਾਉਣ ਦਾ ਚੱਕਰ 84 ਦਾ ਗੇੜ ਮਹਾਰਾਜ ਆਪ ਕਿਰਪਾ ਕਰਕੇ ਮਿਟਾ ਦਿਓ। ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਸ੍ਰੀ ਮੁਖ ਵਾਕ ਵਿੱਚ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ ਨੇ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਿਰੀ ਮਹੱਲਾ ਤੀਜਾ ਘਰ ਚੌਥਾ। ਸੰਗਤ ਜੀ ਰਾਗ ਧਨਾਸਰੀ ਵਿੱਚ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਮੁਖ ਵਾਕ ਉਚਾਰਨ ਕੀਤਾ ਔਰ ਚੌਥੇ ਸੁਰ ਘਰ ਸੁਰ ਤਾਲ ਵਿੱਚ ਇਹ ਸ਼ਬਦ ਦਾ ਗਾਇਨ ਕਰਨ ਦਾ ਉਪਦੇਸ਼ ਦਿੱਤਾ ਹੈ। ਔਰ ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਧਨਾਸਰੀ ਨੂੰ ਰਾਗਣੀ ਵੀ ਦਰਸਾਇਆ ਹੈ। ਧਨਾਸਰੀ ਧਨਵੰਤੀ ਜਾੜੀਆਂ ਭਾਈ, ਪਰ ਇੱਥੇ ਹਜ਼ੂਰ ਨੇ ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ ਸੱਸੇ ਨੂੰ ਸਿਹਾਰੀ ਅਰਾਰੇ ਨੂੰ ਬਿਹਾਰੀ ਲਾ ਕੇ ਇਹਦਾ ਸੁੱਧ ਉਚਾਰਨ ਕੀਤਾ ਹੈ। ਰਾਗ ਧਨਾਸਰੀ ਦੇ ਗਾਇਨ ਕਰਨ ਦਾ ਸਮਾਂ ਦਿਨ ਦਾ ਤੀਜਾ ਪਹਿਰ ਹੈ। 12 ਵਜੇ ਤੋਂ ਲੈ ਕੇ 3 ਵਜੇ ਤੱਕ ਰਾਗ ਧਨਾਸਰੀ ਦਾ ਗਾਇਨ ਕੀਤਾ ਜਾਂਦਾ ਹੈ। ਸਤਿਗੁਰੂ ਜੀ ਨੇ 17 ਘਰਾਂ ਦੇ ਵਿੱਚ ਗੁਰਬਾਣੀ ਦਾ ਕੀਰਤਨ ਕਰਨ ਦੀ ਹਦਾਇਤ ਕੀਤੀ ਹੈ। ਇੱਥੇ ਹਜ਼ੂਰ ਨੇ ਚੌਥੇ ਘਰ ਸੁਰ ਤਾਲ ਵਿੱਚ ਇਸ ਪਾਵਨ ਸ਼ਬਦ ਦੇ ਗਾਇਨ ਕਰਨ ਦੀ ਸਾਨੂੰ ਉਪਦੇਸ਼ ਦਿੱਤਾ। ਇੱਕ ਓੰਕਾਰ। ਇੱਕ ਜੋ ਅਦੁੱਤੀ ਹੈ ਓੰਕਾਰ
ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ। ਸਤ ਚੇਤੜ ਆਨੰਦ ਸਰੂਪ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਹਮ ਭੀਖਕ ਭੇਖਾਰੀ ਤੇਰੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਹੋ ਕੇ ਕਹਿ ਰਹੇ ਨੇ, ਹੇ ਅਕਾਲ ਪੁਰਖ ਜੀ, ਅਸੀਂ ਤਮਾਮ ਜੀਵ ਤੇਰੇ ਦਰ ਦੇ ਭਿਖਾਰੀ ਹਾਂ, ਭੀਖਕ ਹਾਂ, ਤੇਰੇ ਦਰ ਤੋਂ ਭਿਖਿਆ ਮੰਗਣ ਵਾਲੇ ਹਾਂ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਸਭ ਤੁਧਾ ਪਾਸੋਂ ਮੰਗਦੇ ਨਿਤ ਕਰ ਅਰਦਾਸ। ਮਹਾਰਾਜ ਸਾਰੇ ਜੀਵ ਜੰਤੂ ਤੁਹਾਡੇ ਪਾਸੋਂ ਨਿਤਾ ਪ੍ਰਤੀ ਅਰਦਾਸਾਂ ਬੇਨਤੀਆਂ ਕਰਕੇ ਜਾਚੜਾਂ ਕਰਦੇ ਨੇ। ਮਹਾਰਾਜ ਤੁਹਾਡੇ ਪਾਸੋਂ ਮੰਗਦੇ ਨੇ। ਕੋਈ ਕੁਛ ਮੰਗਦਾ ਹੈ, ਕੋਈ ਕੁਛ ਮੰਗਦਾ ਹੈ। ਮੰਗਾਂ ਜੀਵਾਂ ਦੀਆਂ ਆਪਣੀਆਂ ਆਪਣੀਆਂ ਨੇ, ਪਰ ਉਹ ਪਰਮੇਸ਼ਰ ਇਤਨਾ ਦਿਆਲੂ ਹੈ, ਇਤਨਾ ਕਿਰਪਾਲੂ ਹੈ ਕਿ ਕਈ ਵਸਤੂਆਂ ਸਾਨੂੰ ਮੰਗਿਆਂ ਤੋਂ ਬਗੈਰ ਵੀ ਦੇਈ ਜਾਂਦਾ ਹੈ। ਸਤਿਗੁਰਾਂ ਨੇ ਜ਼ਿਕਰ ਕੀਤਾ, ਤੂੰ ਅਣ ਮੰਗਿਆ ਦਾਨ ਦੇਵਣਾ ਸਭਨਾ ਜੀਆਂ। ਮਹਾਰਾਜ ਕੁਝ ਜੀ ਤਾਂ ਤੇਰੇ ਪਾਸੋਂ ਮੰਗਦੇ ਨੇ, ਪਰ ਕੁਝ ਮੰਗਦੇ ਨਹੀਂ। ਉਹ ਸੰਤੋਖ ਵਿੱਚ ਨੇ, ਪਰ ਅੰਦਰੋਂ ਬੇਨਤੀਆਂ ਕਰਦੇ ਨੇ। ਜਿਵੇਂ ਸੰਗਤ ਜੀ ਚੂੜ ਕਾੜੇ ਜੋਗੀਆਂ ਦੀ ਜਮਾਤ ਸੰਤਰੇਣ ਦੀ ਅਗਵਾਈ ਵਿੱਚ ਉਤਰੀ ਹੋਈ ਸੀ। ਇਹ ਕਈਆਂ ਦਿਨਾਂ ਦੇ ਭੁੱਖੇ ਸਨ। ਪਰ ਬਾਹਰੋਂ ਕਿਸੇ ਤੋਂ ਨਹੀਂ ਸੀ ਮੰਗਦੇ। ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦੇ ਸਨ, ਮਹਾਰਾਜ ਅਸੀਂ ਕਾਫੀ ਦਿਨਾਂ ਤੋਂ ਭੁੱਖੇ ਹਾਂ, ਆਪ ਕਿਰਪਾ ਕਰਕੇ ਸਾਡੀ ਭੁੱਖ ਮਿਟਾਓ। ਦੀਨ ਦੁਨੀਆ ਦੇ ਮਾਲਕ, ਜਗਤ ਜਲੰਦੇ ਦੇ ਰੱਖਿਅਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦ ਵੀ ਰਜਤ ਪੜਨ ਦਾ ਸੱਚਾ ਸੌਦਾ ਕਰਨ ਗਏ ਤਾਂ ਉਹ 20 ਰੁਪਈਆਂ ਦੀ ਰਸਤ ਲੈ ਕੇ ਭੁੱਖੇ ਸਾਧੂਆਂ ਨੂੰ ਦੇ ਆਏ ਸਨ। ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੂੰ ਅਣ ਮੰਗਿਆ ਦਾਨ ਦੇਵਣਾ ਸਭਨਾ ਜੀਆਂ। ਤੂੰ ਬਗੈਰ ਮੰਗਿਆਂ ਤੋਂ ਸਾਰਿਆਂ ਜੀਆਂ ਨੂੰ ਦਾਨ ਦੇ ਰਿਹਾ ਹੈ। ਸੰਗਤ ਜੀ, ਕਿਸੇ ਜੀਵ ਨੂੰ ਕੋਈ ਲੋੜ ਭਾਸਦੀ ਹੋਵੇ ਤੇ ਉਹ ਮੰਗ ਕਰਦਾ ਹੈ। ਆਪਣੇ ਆਪਣੇ ਧਰਮ ਅਨੁਸਾਰ ਉਹ ਆਪਣੇ ਆਪਣੇ ਇਸ਼ਟ ਦੇ ਅੱਗੇ ਜਾ ਕੇ ਬੇਨਤੀਆਂ ਕਰਦਾ ਹੈ ਕਿ ਮੈਨੂੰ ਪੁੱਤਰ ਦੀ ਲੋੜ ਹੈ, ਮੈਨੂੰ ਦੁੱਧ ਦੀ ਲੋੜ ਹੈ,
ਵੱਖਰੀਆਂ ਵੱਖਰੀਆਂ ਬੇਨਤੀਆਂ ਨੇ, ਪਰ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਭਾਈ ਸੁਖ ਤਾਂ ਆਪਾਂ ਸਾਰੇ ਮੰਗਦੇ ਹਾਂ, ਦੁੱਖ ਕਦੇ ਕਿਸੇ ਨੇ ਮੰਗਿਆ ਨਹੀਂ। ਦੁੱਖ ਕਦੇ ਵੀ ਕੋਈ ਨਹੀਂ ਮੰਗਦਾ। ਸੰਗਤ ਜੀ, ਜੋ ਵੀ ਪਰਮੇਸ਼ਰ ਤੋਂ ਮੰਗਦਾ ਉਹ ਕਹਿੰਦਾ ਮਹਾਰਾਜ ਮੈਂ ਸੁਖੀ ਰਵਾਂ, ਮੇਰਾ ਪਰਿਵਾਰ ਸੁਖੀ ਰਵੇ, ਜਿੰਨਾ ਚਿਰ ਮੇਰੇ ਸਵਾਸ ਨੇ ਮਹਾਰਾਜ ਕਿਰਪਾ ਕਰਿਓ, ਮੈਨੂੰ ਸੁਖ ਦੀ ਦਾਤ ਬਖਸ਼ਿਸ਼ ਕਰਿਓ। ਦੁੱਖ ਕੋਈ ਨਹੀਂ ਮੰਗਦਾ, ਪਰ ਪਰਮੇਸ਼ਰ ਦੁੱਖ ਰੂਪੀ ਦਾਤ ਜਿਹੜੀ ਹੈ ਨਾ, ਉਹ ਆਪਣੇ ਆਪ ਹੀ ਦੇਈ ਜਾਂਦਾ ਹੈ। ਇਸ ਕਰਕੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਵਾਹਿਗੁਰੂ ਅਸੀਂ ਤੇਰੇ ਦਰ ਤੋਂ ਭੀਖ ਮੰਗਣ ਵਾਲੇ, ਤੇਰੇ ਦਰ ਦੇ ਭਿਖਾਰੀ ਆ। ਤੂੰ ਨਿਜ ਪਤ ਹੈ ਦਾਤਾ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਨਿਜਪਤ ਦਾਤੇ ਹੋ, ਕਿਉਂਕਿ ਆਪ ਜੀ ਦੀ ਕੋਈ ਕਮੇਟੀ ਨਹੀਂ, ਆਪ ਜੀ ਦਾ ਕੋਈ ਸਲਾਹਕਾਰ ਨਹੀਂ ਵੀ ਜਿਹਦੇ ਨਾਲ ਆਪ ਜੀ ਨੇ ਸਲਾਹ ਕਰਕੇ ਭਿਖਿਆ ਪਾਉਣੀ ਹੋਵੇ, ਜਾਂ ਕਿਸੇ ਕਮੇਟੀ ਨਾਲ ਸਲਾਹ ਕਰਕੇ ਕਮੇਟੀ ਦੀ ਆਗਿਆ ਲੈ ਕੇ ਫਿਰ ਤੁਸੀਂ ਕੋਈ ਦੇਣਾ ਹੋਵੇ। ਨਹੀਂ, ਤੁਸੀਂ ਆਪ ਦਾਤੇ ਹੋ, ਖੁਦ ਮਾਲਕ ਹੋ। ਬੀਓ ਪੂਛੜਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੇ। ਸਤਿਗੁਰੂ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਕਿਸੇ ਨੂੰ ਪੁੱਛਦਾ ਨਹੀਂ, ਕਿਸੇ ਨਾਲ ਸਲਾਹ ਮਸ਼ਵਰਾ ਨਹੀਂ ਕਰਦਾ, ਉਹ ਜੋ ਕੁਝ ਵੀ ਕਰਦਾ ਹੈ ਆਪ ਹੀ ਕਰਦਾ ਹੈ, ਖੁਦ ਮਾਲਕ ਹੈ। ਸੰਗਤ ਜੀ, ਦੁਨੀਆ ਦੇ ਅੰਦਰ ਜੇ ਵਿਚਾਰੀਏ ਤੇ ਖੁਦ ਮਾਲਕ ਕੋਈ ਨਹੀਂ ਹੈਗਾ। ਭਾਵੇਂ ਰਾਜੇ ਮਹਾਰਾਜੇ, ਉਹ ਵੀ ਖੁਦ ਮੁਖਤਿਆਰੀ ਨਹੀਂ ਰੱਖਦੇ, ਉਹਨਾਂ ਨੂੰ ਵੀ ਸਲਾਹ ਮਸ਼ਵਰਾ ਕਰਨਾ ਪੈਂਦਾ ਹੈ। ਪਰ ਅਕਾਲ ਪੁਰਖ ਵਾਹਿਗੁਰੂ ਖੁਦ ਮੁਖਤਿਆਰ ਹੈ, ਆਪ ਖੁਦ ਮਾਲਕ ਹੈ, ਉਹ ਜੋ ਚਾਹੇ ਕਰ ਸਕਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ, ਤੂੰ ਨਿਜਪਤ ਹੈ ਦਾਤਾ। ਮਹਾਰਾਜ ਤੂੰ ਖੁਦ ਮਾਲਕ ਹੈ, ਸਾਡਾ ਪਤੀ ਹੈ, ਸਾਡਾ ਮਾਲਕ ਹੈ, ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਇਸ ਕਰਕੇ ਅਸੀਂ ਤੇਰੇ ਭਿਖਾਰੀ ਹਾਂ, ਤੇਰੇ ਦਰ ਤੋਂ ਮੰਗਦੇ ਹਾਂ। ਤੁਧ ਨੂੰ ਛੋੜ ਜਾਈਏ ਕਹਿੰਦਰ, ਕਹਿ ਧਰ ਵੀ ਪਾਠ ਕਰਦੇ ਨੇ ਕਿ ਮਹਾਰਾਜ ਤੈਨੂੰ ਛੱਡ ਕੇ ਕਿਹਦੇ ਦਰ ਤੇ ਜਾਈਏ, ਮਹਾਰਾਜ ਕਿਧਰ ਜਾਈਏ, ਤੁਹਾਡੇ ਤੋਂ ਬਗੈਰ ਕੋਈ ਦੂਜਾ ਹੈ ਨਹੀਂ ਜਿਹੜਾ ਦਾਤਾਂ ਦੇਣ ਵਾਲਾ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਜਿਹੜੇ ਦਾਤੇ ਨੂੰ ਛੱਡ ਕੇ ਮੰਗਤਿਆਂ ਦੇ ਪਾਸੋਂ ਮੰਗਦੇ ਨੇ, ਸੰਗਤ ਜੀ ਉਹਨਾਂ ਦੀ ਕਦੇ ਪੂਰੀ ਨਹੀਂ ਪੈਂਦੀ। ਇਸ ਕਰਕੇ ਹਜ਼ੂਰ ਕਹਿੰਦੇ ਨੇ, ਮਹਾਰਾਜ ਤੁਸੀਂ ਸਾਡੇ ਮਾਲਕ ਹੋ, ਦਾਤਾਂ ਦੇਣ ਵਾਲੇ ਹੋ, ਅਸੀਂ ਤਾਂ ਤੁਹਾਡੇ ਦਰ ਦੇ ਭਿਖਾਰੀ ਹਾਂ,
ਅਸੀਂ ਤੁਹਾਡੇ ਦਰ ਦੇ ਮੰਗਤੇ ਹਾਂ ਜੀ। ਹੋ ਦਇਆਲ ਨਾਮ ਦੇਹੁ ਮੰਗਤ ਜਨ ਕੋ। ਮੰਗਿਆ ਕੀ ਹੈ ਜੀ? ਸਤਿਗੁਰੂ ਜੀ ਕਹਿੰਦੇ ਹੋ ਦਇਆਲ ਨਾਮ ਦਿਓ ਮੰਗਤ ਜਨ ਕੋ। ਮਹਾਰਾਜ ਆਪ ਦਇਆ ਦੇ ਘਰ ਵਿੱਚ ਆਓ, ਦਇਆ ਦ੍ਰਿਸ਼ਟੀ ਕਰੋ ਸਾਡੇ ਤੇ, ਸਾਨੂੰ ਮੰਗਤਿਆਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ। ਸੰਗਤ ਜੀ, ਇਹ ਦਾਤ ਸਭ ਤੋਂ ਉੱਤਮ ਦਾਤ ਹੈ। ਕੋਈ ਅੰਨ ਮੰਗਦਾ ਹੈ, ਕੋਈ ਧਨ ਮੰਗਦਾ ਹੈ, ਕੋਈ ਕੁਝ ਮੰਗੇਗਾ, ਕੋਈ ਕੁਝ ਮੰਗੇਗਾ, ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਵਾਹਿਗੁਰੂ ਦੇ ਦਾਸ ਨੇ, ਉਹ ਤਾਂ ਨਾਮ ਦੀ ਦਾਤ ਮੰਗਦੇ ਨੇ। ਮਹਾਰਾਜ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ। ਤੇ ਜਿਨ੍ਹਾਂ ਤੇ ਤਰੁੱਟਦਾ ਹੈ ਸੰਗਤ ਜੀ, ਫਿਰ ਉਹਨਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ। ਤੇ ਕਈ ਨਾਮ ਦੀ ਦਾਤ ਪ੍ਰਾਪਤ ਕਰਕੇ ਵੀ ਫਿਰ ਪੁੱਛਦੇ ਰਹਿੰਦੇ ਆ ਨਾਮ ਕਿਵੇਂ ਮਿਲੇਗਾ। ਆ ਕਈ ਅੰਮ੍ਰਿਤਧਾਰੀ ਵੀਰ ਜਿਹੜੇ ਨੇ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ, ਮੂਲ ਮੰਤਰ ਗੁਰ ਮੰਤਰ ਦੀ ਦਾਤ ਲੈ ਕੇ ਵੀ ਫਿਰ ਉਹ ਪੁੱਛਦੇ ਰਹਿੰਦੇ ਨੇ, ਭਲਿਆ ਤੈਨੂੰ ਤੇ ਗੁਰੂ ਨੇ ਕਿਰਪਾ ਕਰਕੇ ਨਾਮ ਦੀ ਦਾਤ ਦਿੱਤੀ ਹੈ, ਤੂੰ ਹੁਣ ਇਹਦੀ ਕਮਾਈ ਕਰ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਕਿਸੇ ਨੇ ਪੁੱਛਿਆ ਵੀ ਨਾਮ ਜਪਣ ਦੀ ਜੁਗਤੀ ਦੱਸੋ। ਤੇ ਸੰਤ ਬਾਬਾ ਜਰਨੈਲ ਸਿੰਘ ਜੀ ਕਹਿਣ ਲੱਗੇ, ਵਾਹਿਗੁਰੂ 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 ਕਰੀ ਚੱਲੋ। ਉਹ ਪਰਮੇਸ਼ਰ ਸੁਣਦਾ ਹੈ, ਉਹ ਬੋਲਾ ਨਹੀਂ, ਉਹ ਵੇਖਦਾ ਵੀ ਹੈ। ਤੇ ਜਿਹੜੇ ਸਿਮਰਨ ਕਰਦੇ ਨੇ ਉਹਨਾਂ ਦੇ ਕੀਤੀ ਹੋਈ ਕਮਾਈ ਨੂੰ ਇੱਕ ਤਿਲ ਮਾਤਰ ਵੀ ਉਹ ਅਜਾਈ ਨਹੀਂ ਜਾਣ ਦਿੰਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਹੈ, ਲੱਗਾ ਹੈ ਤੇ ਲੱਗਾ ਰਹੋ। ਜੇ ਤੂੰ ਨਾਮ ਜਪਣ ਵਿੱਚ ਜੁੜਿਆ ਤੇ ਜੁੜਿਆ ਰਹੋ, ਨਾਮ ਜਪਦਾ ਰਹੋ, ਨਾਮ ਦੇ ਨਾਲੋਂ ਵਿਛੜੀ ਨਾ। ਤੇ ਸਤਿਗੁਰੂ ਜੀ ਕਹਿੰਦੇ, ਮਹਾਰਾਜ ਅਸੀਂ ਤੁਹਾਡੇ ਦਰ ਦੇ ਮੰਗਤੇ ਹਾਂ, ਤੁਹਾਡੇ ਸੇਵਕ ਹਾਂ। ਮਹਾਰਾਜ ਆਪ ਸਾਡੇ ਤੇ ਦਿਆਲੂ ਹੋ ਕੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ ਜੀ। ਸਦਾ ਰਹੋ ਰੰਗ ਰਾਤਾ। ਮਹਾਰਾਜ ਅਸੀਂ ਸਦਾ ਹੀ ਆਪ ਜੀ ਦੇ ਰੰਗ ਪ੍ਰੇਮ ਵਿੱਚ ਰਤੇ ਰਹੀਏ। ਹਉ ਬਲਿਹਾਰੈ ਜਾਉ। ਸੱਚੇ ਪਾਤਸ਼ਾਹ ਜੀ ਕਹਿੰਦੇ, ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਆਪ ਜੀ ਤੋਂ ਬਲਿਹਾਰ ਕੁਰਬਾਨ ਜਾਂਦਾ। ਸਾਚੇ ਤੇਰੇ ਨਾਮ ਵਿਟੋ। ਇਹ ਸੱਚੇ ਵਾਹਿਗੁਰੂ ਜੀ, ਆਪ ਜੀ ਦੇ ਨਾਮ ਤੋਂ ਕੁਰਬਾਨ ਜਾਂਦਾ। ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ, ਹਉ ਕੁਰਬਾਨੇ ਜਾਓ। ਤਿਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿਨਾ ਕਿਉ ਸਦ ਕੁਰਬਾਨੇ ਜਾਓ। ਮਹਾਰਾਜ ਜਿਹੜੇ ਤੁਹਾਡਾ ਨਾਮ ਜਪਦੇ ਨੇ ਨਾ, ਸਿਮਰਨ ਭਜਨ ਕਰਦੇ ਨੇ, ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ ਹਾਂ, ਤੁਹਾਡੇ ਤੋਂ ਵੀ ਬਲਿਹਾਰ ਜਾਂਦਾ ਹਾਂ, ਤੇ ਤੁਹਾਡੇ ਨਾਮ ਤੋਂ ਵੀ ਕੁਰਬਾਨ ਜਾਂਦਾ। ਕਾਰਣ ਕਾਰਣ ਸਭਨਾ ਕਾ ਏਕੋ। ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਸਾਰੇ ਕਾਰਨਾਂ ਦੇ ਕਰਨ ਨੂੰ ਇੱਕ ਮਾਲਕ ਵਾਹਿਗੁਰੂ ਪਰਮੇਸ਼ਰ ਹੈ। ਸਭਨਾ ਕਾ ਏਕੋ, ਸਾਰਿਆਂ ਦਾ ਇੱਕੋ ਹੀ ਮਾਲਕ ਹੈ ਪਰਮੇਸ਼ਰ। ਸੰਸਾਰ ਦੇ ਵਿੱਚ ਉਹਦੇ ਅਸੀਂ ਵੱਖਰੇ ਵੱਖਰੇ ਨਾਮ ਪਾਏ ਹੋਏ ਨੇ।
ਕੋਈ ਕਿਸੇ ਨਾਮ ਨਾਲ ਉਹਨੂੰ ਪੁਕਾਰਦਾ ਹੈ, ਕੋਈ ਕਿਸੇ ਨਾਮ ਨਾਲ ਪੁਕਾਰਦਾ ਹੈ, ਪਰ ਹੈ ਉਹ ਇੱਕ ਹੈ ਤੇ ਸਾਰੇ ਕਾਰਨਾਂ ਦੇ ਕਰਨ ਨੂੰ ਸਮਰੱਥ ਅਵਰ ਨਾ ਦੂਜਾ ਕੋਈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਸ ਮਾਲਕ ਤੋਂ ਬਗੈਰ ਹੋਰ ਕੋਈ ਦੂਜਾ ਹੈ ਨਹੀਂ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਨੇ, ਬਹੁਤੇ ਫੇਰ ਪਏ ਕਿਰਪਨ ਕੋ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਾਹਿਗੁਰੂ ਜੀ, ਮੈਂ ਕਿਰਪਨ ਸੋਮ ਨੂੰ ਬਹੁਤ ਜ਼ਿਆਦੇ ਫੇਰੇ ਪਏ ਨੇ, ਭਾਵ 84 ਦੇ ਗੇੜ ਵਿੱਚ ਘੁੰਮ ਰਿਹਾ ਹਾਂ ਤੇ 84 ਦੇ ਗੇੜ ਵਿੱਚ ਘੁੰਮਦੇ ਹੋਏ ਨੂੰ ਕੱਢਣ ਵਾਸਤੇ ਆਪ ਜੀ ਦੇ ਨਾਮ ਦੀ ਲੋੜ ਹੈ। ਜਿਹਦੇ ਕੋਲ ਨਾਮ ਦੀ ਰਾਹਦਾਰੀ ਹੈ, ਜਿਹਦੇ ਕੋਲ ਨਾਮ ਦਾ ਲਾਇਸੈਂਸ ਹੈ, ਸੰਗਤ ਜੀ ਉਹਨੂੰ 84 ਦੇ ਗੇੜ ਵਿੱਚ ਨਹੀਂ ਪਾਇਆ ਜਾਂਦਾ, ਉਹਦਾ ਬਚਾਅ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਬਹੁਤੇ ਫੇਰ ਪਏ ਕਿਰਪਨ ਕੋ। ਕਿਰਪਨ ਨਾਮ ਸੋਮ ਦਾ ਹੈ ਤੇ ਸੋਮ ਉਹਨੂੰ ਕਹਿੰਦੇ ਨੇ ਜਿਹਨੇ ਕਦੇ ਸੰਗਤ ਜੀ ਦਾਨ ਨਾ ਕੀਤਾ ਹੋਵੇ, ਇੱਕ ਪੈਸਾ ਵੀ ਨਾ ਆਪਣੇ ਪੱਲਿਓਂ ਦਾਨ ਕੀਤਾ ਹੋਵੇ, ਉਹਨੂੰ ਕਹਿੰਦੇ ਨੇ ਸੋਮ ਹੈ। ਸੋਮ ਦੇ ਉੱਤੇ ਸਾਖੀ ਵੀ ਆਉਂਦੀ ਹੈ ਵੀ ਇੱਕ ਵਾਰੀ ਸੋਮ ਗੰਗਾ ਤੇ ਚਲੇ ਗਿਆ। ਬ੍ਰਾਹਮਣ ਨੇ ਕਿਹਾ ਕੋਈ ਦਾਨ ਕਰ, ਤੂੰ ਗੰਗਾ ਤੇ ਆਇਆ ਹੈ ਤੇ ਤੈਨੂੰ ਕੋਈ ਦਾਨ ਕਰਨਾ ਚਾਹੀਦਾ। ਕਹਿਣ ਲੱਗਾ ਮੇਰੇ ਕੋਲ ਹੈ ਕੁਛ ਨਹੀਂ। ਪੰਡਤ ਕਹਿਣ ਲੱਗਾ ਤੂੰ ਬਚਨ ਕਰ ਜਾ, ਮੈਂ ਤੇਰੇ ਕੋਲੋਂ ਆਣ ਕੇ ਲੈ ਲਵਾਂਗਾ। ਇਹਨੇ ਇੱਕ ਧੇਲੇ ਦਾ ਬਚਨ ਕੀਤਾ, ਵਾਪਸ ਆਪਣੇ ਪਿੰਡ ਆ ਗਿਆ। ਹੁਣ ਉਹ ਪੰਡਤ ਨੇ ਇਹਦਾ ਐਡਰੈਸ ਲਿਆ ਹੋਇਆ ਸੀ, ਉਹ ਵੀ ਆ ਗਿਆ। ਤੇ ਜਦੋਂ ਉਹਨੇ ਆਣ ਕੇ ਆਵਾਜ਼ ਦਿੱਤੀ ਤੇ ਇਹਨੇ ਆਪਦੀ ਘਰਵਾਲੀ ਨੂੰ ਕਿਹਾ ਜਾ ਬਾਹਰ ਪੰਡਤ ਆਇਆ ਹੈ ਤੇ ਉਹਨੂੰ ਕਹੋ ਵੀ ਮੇਰਾ ਘਰ ਵਾਲਾ ਯਾਤਰਾ ਤੋਂ ਆਣ ਕੇ ਤੇ ਬਿਮਾਰ ਹੋ ਗਿਆ ਹੈ, ਤੁਸੀਂ ਫੇਰ ਆਇਓ ਜੇ। ਘਰਵਾਲੀ ਨੇ ਇਸ ਤਰ੍ਹਾਂ ਹੀ ਕਹਿ ਦਿੱਤਾ। ਸੰਗਤ ਜੀ ਆਖਰ ਜਦੋਂ ਪੰਡਤ ਦੂਜੀ ਵਾਰ ਫੇਰ ਆਇਆ, ਉਹ ਵੀ ਲਾਲਚੀ ਸੀ, ਉਹਨੇ ਆਣ ਕੇ ਫੇਰ ਕੁੰਡਾ ਖੜਕਾਤਾ। ਫਿਰ ਆਪਦੀ ਘਰਵਾਲੀ ਨੂੰ ਕਹਿਣ ਲੱਗਾ ਵੀ ਜਾ ਹੁਣ ਉਹਨੂੰ ਕਹੋ ਵੀ ਮੇਰਾ ਘਰ ਵਾਲਾ ਚੜ੍ਹਾਈ ਕਰ ਗਿਆ ਵਾ। ਜਦੋਂ ਬੀਬੀ ਨੇ ਬਾਹਰ ਆਣ ਕੇ ਇਸ ਤਰ੍ਹਾਂ ਹੀ ਕਿਹਾ ਤੇ ਉਹ ਪੰਡਤ ਕਹਿਣ ਲੱਗਾ ਵੀ ਧੇਲੇ ਬਦਲੇ ਉਹਨੂੰ ਕਹੋ ਚੜ੍ਹਾਈ ਨਾ ਕਰ, ਵੀ ਧੇਲਾ ਤੇ ਇੱਕ ਹੀ ਹੈ ਨਾ, ਕਦੀ ਬਿਮਾਰ ਹੋ ਜਾਂਦਾ ਹੈ, ਕਦੀ ਉਹ ਚੜ੍ਹਾਈ ਕਰ ਜਾਂਦਾ ਹੈ। ਸੋਮ ਦੀ ਐਸੀ ਹਾਲਤ ਹੈ ਸੰਗਤ ਜੀ, ਸੋਮ ਆਪਣੇ ਪੱਲਿਓਂ ਇੱਕ ਧੇਲਾ ਵੀ ਦੇਣ ਨੂੰ ਤਿਆਰ ਨਹੀਂ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਜਿਹੜਾ ਸੋਮ ਨਾਮ ਦੀ ਤਰਫੋਂ ਵੀ ਸੋਮ ਹੈ, ਨਾਮ ਵੀ ਨਹੀਂ ਜਪਦਾ, ਸਿਮਰਨ ਭਜਨ ਵੀ ਨਹੀਂ ਕਰਦਾ, ਦਾਨ ਪੁੰਨ ਵੀ ਨਹੀਂ ਕਰਦਾ, ਫਿਰ ਉਹਨੂੰ ਬਹੁਤੇ ਫੇਰ ਪੈਂਦੇ ਨੇ, ਫਿਰ ਉਹ 84 ਦੇ ਗੇੜ ਵਿੱਚ ਭਰਮਦਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਬਹੁਤੇ ਫੇਰ ਪਏ ਕਿਰਪਨ ਕੋ। ਸੱਚੇ ਪਾਤਸ਼ਾਹ
ਮੈਂ ਕਿਰਪੜ ਸੋਮ ਨੂੰ ਬਹੁਤ ਲੰਮਾ ਸਮਾਂ ਹੋ ਗਿਆ ਹੈ ਫੇਰਿਆਂ ਵਿੱਚ ਪਿਆ ਨੂੰ। ਅਬ ਕਿਛ ਕਿਰਪਾ ਕੀਜੈ, ਮਹਾਰਾਜ ਹੁਣ ਆਪ ਕੋਈ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰੋ। ਓਹ ਦਇਆਲ ਦਰਸ਼ਨ ਦੇਹੁ ਆਪੁਨਾ। ਮਹਾਰਾਜ ਆਪ ਦਇਆਲਤਾ ਦੇ ਘਰ ਵਿੱਚ ਆ ਕੇ ਆਪਣੇ ਸਰੂਪ ਦੇ ਦਰਸ਼ਨ ਦੀਦਾਰ ਬਖਸ਼ਿਸ਼ ਕਰੋ ਜੀ। ਐਸੀ ਬਖਸ਼ ਕਰੀਜੈ, ਮਹਾਰਾਜ ਐਸੀ ਬਖਸ਼ਿਸ਼ ਕਰ ਦਿਓ, ਆਪਣੇ ਸਰੂਪ ਦੇ ਦਰਸ਼ਨ ਵੀ ਦਿਓ, ਆਪਣੇ ਨਾਮ ਦੀ ਦਾਤ ਵੀ ਬਖਸ਼ਿਸ਼ ਕਰੋ, ਤਾਂ ਕਿ ਮੈਂ 84 ਦੇ ਗੇੜ ਤੋਂ ਬਚ ਸਕਾਂ। ਭਣਤ ਨਾਨਕ ਭਰਮ ਪਟ ਖੂਲੇ। ਸੱਚੇ ਪਾਤਸ਼ਾਹ ਜੀ ਭਣ ਤੋਂ ਉਚਾਰਨ ਕਰਦੇ ਨੇ। ਧੰਨ ਗੁਰੂ ਅਮਰਦਾਸ ਜੀ ਗੁਰੂ ਨਾਨਕ ਦੇ ਸਰੂਪ ਵਿੱਚ ਉਚਾਰਨ ਕਰਦੇ ਨੇ, ਭਰਮ ਪਟ ਖੂਲੇ। ਪਟ ਨਾਮ ਪਰਦਿਆਂ ਦਾ ਹੈ ਜੀ। ਪਟ ਨਾਮ ਤਖਤਿਆਂ ਦਾ ਵੀ ਹੈ। ਆਸਾ ਅੰਦੇਸਾ ਦੋਏ ਪਟ ਜੜੇ। ਆਸਾ ਤੇ ਅੰਦੇਸਾ ਦੇ ਦੋ ਇਹ ਤਖਤੇ ਜੜੇ ਹੋਏ ਨੇ। ਔਰ ਇਸੇ ਤਰ੍ਹਾਂ ਹੀ 5 ਪ੍ਰਕਾਰ ਦਾ ਜਿਹੜਾ ਭਰਮ ਹੈ, ਇਹ 5 ਪ੍ਰਕਾਰ ਦੇ ਭਰਮ ਦੇ ਪੜਦੇ ਪਏ ਹੋਏ ਨੇ। ਔਰ ਇਸੇ ਤਰ੍ਹਾਂ ਹੀ 5 ਕੋਸ਼ ਨੇ। ਗੁਰੂ ਜੀ ਕਹਿੰਦੇ ਇਹ 5 ਪ੍ਰਕਾਰ ਦੇ ਕੋਸ਼ ਕਹਿੰਦੇ ਪੜਦੇ ਨੂੰ। ਇਹ 5 ਪ੍ਰਕਾਰ ਦੇ ਪੜਦੇ ਜੀਵ ਦੇ ਮਨ ਉੱਤੇ ਨੇ। ਇਸੇ ਕਰਕੇ ਹੀ ਇਹਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਭਰਮ ਪਟ ਖੁੱਲੇ। ਜਦੋਂ ਉਹ ਭਰਮ ਦੇ 5 ਪ੍ਰਕਾਰ ਦੇ ਕੋਚਾਂ ਦੇ ਪੜਦੇ ਖੁੱਲ ਗਏ, ਗੁਰ ਪ੍ਰਸਾਦੀ ਜਾਣਿਆ। ਗੁਰੂ ਦੀ ਕਿਰਪਾ ਨਾਲ ਫਿਰ ਪਰਮੇਸ਼ਰ ਨੂੰ ਆਪਣੇ ਅੰਦਰ ਹੀ ਜਾਣ ਲਿਆ ਕਿ ਉਹ ਮਾਲਕ ਮੇਰੇ ਅੰਦਰ ਹੈ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਏ ਦਿਖਾਇਆ ਥਾ। ਸੰਗਤ ਜੀ ਫਿਰ ਬਾਹਰ ਲੱਭਣ ਤੋਂ ਛੁੱਟ ਗਏ। ਹੁਣ ਬਾਹਰ ਲੱਭਣ ਦੀ ਲੋੜ ਨਹੀਂ ਪੈਂਦੀ। ਗੁਰੂ ਨੇ ਕਿਰਪਾ ਕਰਕੇ ਇਸ ਸਰੀਰ ਰੂਪੀ ਘਰ ਦੇ ਅੰਦਰੋਂ ਹੀ ਵਾਹਿਗੁਰੂ ਦੇ ਦਰਸ਼ਨ ਕਰਵਾ ਦਿੱਤੇ। ਜਾਣ ਲਿਆ ਕਿ ਉਹ ਸਾਡੇ ਅੰਦਰ ਹੈ। ਸਾਚੀ ਲਿਵ ਲਾਗੀ ਹੈ ਭੀਤਰ। ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਤਾਂ ਮਨ ਦੇ ਅੰਦਰ ਹੀ ਭੀਤਰ ਨਾਮ ਵਿਚਦਾ ਹੈ। ਮਨ ਦੇ ਵਿੱਚ ਹੀ, ਮਨ ਦੇ ਅੰਦਰ ਹੀ ਸੱਚੇ ਵਾਹਿਗੁਰੂ ਦੇ ਨਾਲ ਸਾਡੀ ਲਿਵ ਲੱਗੀ ਹੈ। ਸਤਿਗੁਰ ਸਿਓ ਮਨ ਮਾਨਿਆ। ਸਤਿਗੁਰੂ ਦੇ ਨਾਲ ਸਾਡਾ ਮਨ ਮੰਨ ਗਿਆ ਹੈ। ਸੰਗਤ ਜੀ, ਸਤਿਗੁਰੂ ਨਾਲ ਮਨ ਜੁੜ ਜਾਵੇ, ਮਨ ਮੰਨ ਜਾਵੇ, ਫਿਰ ਇਹ ਭਰਮ ਦੇ ਪੜਦੇ, ਕੋਚਾ ਰੂਪੀ ਪੜਦੇ ਜਿਹੜੇ ਨੇ ਇਹ ਖੁੱਲ ਜਾਂਦੇ ਨੇ ਤੇ ਜੀਵ ਪਰਮੇਸ਼ਰ ਨੂੰ ਆਪਣੇ ਅੰਦਰ ਹੀ ਅਨੁਭਵ ਕਰ ਲੈਂਦਾ ਹੈ। ਪਰ ਜਿੰਨਾ ਚਿਰ ਗੁਰੂ ਨਾਲ ਮਨ ਨਹੀਂ ਮੰਨਦਾ, ਉਹਨਾਂ ਚਿਰ ਇਹ ਜਿਹੜੇ ਪੜਦੇ ਨੇ ਇਹ ਨਹੀਂ ਖੁੱਲਦੇ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਤਿਗੁਰੂ ਨਾਲ ਮਨ ਮੰਨ ਗਿਆ, ਮਨ ਪਤੀਜ ਗਿਆ ਤੇ ਸਤਿਗੁਰੂ ਨੇ ਕਿਰਪਾ ਕਰਕੇ ਸਾਡੇ ਅੰਦਰੋਂ 5 ਪ੍ਰਕਾਰ ਦਾ ਭਰਮ, 5 ਪ੍ਰਕਾਰ ਦੇ ਜਿਹੜੇ ਕੋਸ਼ ਪੜਦੇ ਸਨ ਉਹ ਦੂਰ ਕਰ ਦਿੱਤੇ ਤੇ ਅਸੀਂ ਵਾਹਿਗੁਰੂ ਨੂੰ ਆਪਣੇ ਅੰਦਰ ਹੀ ਅਨੁਭਵ ਕਰ ਲਿਆ। ਸਾਨੂੰ ਵੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਭਾਈ ਇਸ ਤਰ੍ਹਾਂ ਬੇਨਤੀਆਂ ਕਰਨੀਆਂ ਚਾਹੀਦੀਆਂ ਨੇ। ਮਹਾਰਾਜ ਕਿਰਪਾ ਕਰੋ, ਸਾਨੂੰ ਵੀ ਬਹੁਤ ਲੰਮਾ ਸਮਾਂ ਹੋ ਗਿਆ ਹੈ,
ਮਹਾਰਾਜ ਗੇੜਿਆਂ ਵਿੱਚ ਪਿਆ ਉਹਨਾਂ ਨੂੰ, ਆਵਾਗਾਉਣ ਦੇ ਚੱਕਰ ਵਿੱਚ ਪਿਆ ਨੂੰ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਐਵਰ ਬਿਰਕ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰੰਕਾ ਵਾਲੇ ਦੇਸ਼ ਜਰੀਆ। ਮਹਾਰਾਜ ਲੰਮਾ ਸਮਾਂ ਹੋ ਗਿਆ ਹੈ, ਹੁਣ ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਆਪਣੇ ਨਾਮ ਦੀ ਦਾਤ ਤੇ ਆਪਣੇ ਸਰੂਪ ਦੇ ਸਾਖਿਆਤ ਦਰਸ਼ਨ ਬਖਸ਼ਿਸ਼ ਕਰੋ, ਤਾਂ ਕਿ ਅਸੀਂ ਇਹ 84 ਦੇ ਗੇੜ ਵਿੱਚੋਂ ਨਿਕਲ ਸਕੀਏ। ਇਹ ਸਤਿਗੁਰਾਂ ਨੇ ਪਾਵਨ ਸ੍ਰੀ ਮੁੱਖ ਵਾਕ ਦੇ ਅੰਦਰ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਦੀ ਵਿਚਾਰ ਪਿਆਰ ਸਹਿ ਸਰਵਣ ਕਰੀਏ ਜੀ। ਰਾਮ ਕਲੀ ਮਹੱਲਾ ਪੰਜਵਾ। ਐਸਾ ਪੂਰਾ ਗੁਰਦੇਵ ਸਹਾਈ। ਰਾਮਕਲੀ ਰਾਗ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ, ਐਸਾ ਪੂਰਾ ਗੁਰਦੇਵ ਸਹਾਈ। ਗੁਰਦੇਵ ਅਕਾਲ ਪੁਰਖ ਵਾਹਿਗੁਰੂ ਅਤੇ ਪਰਮੇਸ਼ਰ ਸਰੂਪ ਸਤਿਗੁਰੂ ਜੀ ਜੋ ਇਸ ਤਰ੍ਹਾਂ ਪੂਰੇ ਹਨ, ਉਹ ਸਾਡੀ ਹਰ ਥਾਂ ਤੇ ਸਹਾਇਤਾ ਕਰਦੇ ਹਨ। ਜਾ ਕਾ ਸਿਮਰਨ ਬਿਰਥਾ ਨਾ ਜਾਈ। ਜਿਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ ਕਦੇ ਵਿਅਰਥ ਨਹੀਂ ਜਾਂਦਾ। ਸੰਗਤ ਜੀ, ਸਿਮਰਨ ਭਾਵੇਂ ਥੋੜਾ ਸਮਾਂ ਕੀਤਾ ਜਾਵੇ, ਪਰ ਉਹਦਾ ਵੀ ਫਲ ਜਿਹੜਾ ਨਾ ਉਹ ਬਹੁਤਾ ਮਿਲਦਾ ਹੈ। ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਰਾਜੇ ਜਨਕ ਨੇ ਇੱਕ ਘੜੀ ਸਿਮਰਨ ਕੀਤਾ ਤੇ ਉਸ ਸਿਮਰਨ ਦੇ ਬਦੌਲਤ ਅਨੇਕਾਂ ਪਾਪੀਆਂ ਦਾ ਉਧਾਰ ਹੋ ਗਿਆ। ਪ੍ਰਭੂ ਦਾ ਕੀਤਾ ਹੋਇਆ ਸਿਮਰਨ ਕਦੇ ਵੀ ਬਿਰਥਾ ਨਹੀਂ ਜਾਂਦਾ। ਪੁਰਾਤਨ ਸਮੇਂ ਜਦੋਂ ਅਖੰਡ ਪਾਠ ਸਾਹਿਬ ਕਿਤੇ ਕਿਤੇ ਆਰੰਭ ਹੁੰਦੇ ਸਨ, ਸਾਰੇ ਪਿੰਡ ਨੇ, ਸਾਰੇ ਇਲਾਕੇ ਦੀਆਂ ਸੰਗਤਾਂ ਨੇ ਜਾ ਕੇ ਸਰਵਣ ਕਰਨਾ। ਤੇ ਸੰਗਤ ਜੀ, ਜਿਵੇਂ ਜਿਵੇਂ ਵਾਧਾ ਹੋ ਗਿਆ, ਹੁਣ ਅਖੰਡ ਪਾਠ ਭਾਵੇਂ ਹਰ ਥਾਂ ਤੇ ਹੋਣ ਲੱਗ ਪਏ, ਸੁਣਨ ਵਾਲਾ ਕੋਈ ਵੀ ਨਹੀਂ। ਸਤਿਗੁਰਾਂ ਨੇ ਸਹਿਜ ਪਾਠ ਦੀ ਮਰਜ਼ਾਦਾ ਆਰੰਭ ਕੀਤੀ। ਉਸ ਤੋਂ ਉਪਰੰਤ ਅਖੰਡ ਪਾਠ ਦੀ ਮਰਜ਼ਾਦਾ ਆਰੰਭ ਹੋਈ। ਹੁਣ ਅਸੀਂ ਇਹ ਵੀ ਮਰਜ਼ਾਦਾ ਛੱਡ ਦਿੱਤੀ। ਅਸੀਂ ਸੌਖਾ ਜਿਹਾ ਤਰੀਕਾ ਲੱਭ ਲਿਆ ਵੀ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਤੇ ਉੱਥੇ ਸੁਖਮਨੀ ਸਾਹਿਬ ਜੀ ਦਾ ਹੀ ਪਾਠ ਕਰਾ ਲਓ। ਗੱਲ ਵੀ ਠੀਕ ਹੈ ਵੀ ਇਹਨੇ ਕਿਹੜਾ ਐਡਾ ਬਹੁਤਾ ਸਿਮਰਨ ਕੀਤਾ। ਸੰਗਤ ਜੀ, ਗੁਰੂ ਕੀ ਬਾਣੀ ਵੱਧ ਤੋਂ ਵੱਧ ਸਰਵਣ ਕਰਨੀ, ਪੜ੍ਹਨੀ, ਵਿਚਾਰਨੀ, ਇਹਦਾ ਬਹੁਤ ਵੱਡਾ ਲਾਭ ਹੈ। ਦਸ ਦਿਨ ਸਹਿਜ ਪਾਠ ਸਰਵਣ ਕਰਨਾ, ਸਾਰੇ ਪਰਿਵਾਰ ਨੇ ਬੈਠ ਕੇ, ਉਹ ਮਰਜ਼ਾਦਾ ਖਤਮ ਹੋ ਗਈ ਹੈ। ਹੁਣ ਅਸੀਂ ਅਖੰਡ ਪਾਠ ਵੀ ਰਖਾਇਆ ਹੋਵੇ ਤੇ ਪਰਿਵਾਰ ਜਿਹੜਾ ਉਹ ਸਾਰਾ ਰੁਝੇਵਿਆਂ ਦੇ ਵਿੱਚ ਹੀ ਰੁੱਝਾ ਹੁੰਦਾ ਹੈ। ਕੋਈ ਕਿਸੇ ਪਾਸੇ ਨਿਕਲ ਜਾਂਦਾ, ਕੋਈ ਕਿਸੇ ਪਾਸੇ ਨਿਕਲ ਜਾਂਦਾ। ਬਾਣੀ ਸਰਵਣ ਕਰਨ ਦਾ ਸਾਡੇ ਕੋਲ ਸਮਾਂ ਹੀ ਨਹੀਂ। ਪਰ ਸਤਿਗੁਰੂ ਜੀ ਕਹਿੰਦੇ ਨੇ, ਗੁਰਦੇਵ
ਅਕਾਲ ਪੁਰਖ ਵਾਹਿਗੁਰੂ ਤੇ ਵਾਹਿਗੁਰੂ ਦੇ ਸਰੂਪ ਗੁਰੂ ਸਾਹਿਬ ਜੀ ਸਾਡੇ ਸਹਾਇਕ ਨੇ, ਜਿਨ੍ਹਾਂ ਦਾ ਸਿਮਰਨ ਕੀਤਿਆਂ ਸਿਮਰਨ ਬਿਰਤਾ ਨਹੀਂ ਜਾਂਦਾ, ਇਹਦਾ ਫਲ ਜ਼ਰੂਰ ਮਿਲਦਾ। ਰਹਾਉ ਵਿਸਰਾਮ ਦੇ ਕੇ ਪ੍ਰਭਾਉਂਦੇ ਨੇ। ਦਰਸ਼ਨ ਪੇਖਤ ਹੋਏ ਨਿਹਾਲ। ਗੁਰੂ ਸਾਹਿਬ ਜੀ ਦੇ ਦਰਸ਼ਨ ਵੇਖਦਿਆਂ ਹੀ ਸੰਗਤ ਜੀ ਪਾਪ ਕੱਟੇ ਜਾਂਦੇ ਨੇ, ਜੀਵ ਨਿਹਾਲ ਆਨੰਦਿਤ ਹੋ ਜਾਂਦਾ ਹੈ। ਜਾ ਕੀ ਧੂਰ ਕਾਟੈ ਜਮ ਜਾਲ। ਜਿਸ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਜਿਹੜੀ ਧੂੜੀ ਹੈ ਸੰਗਤ ਜੀ, ਉਹ ਜਮਾਂ ਦਾ ਜਾਲ ਕੱਟ ਦਿੰਦੀ ਹੈ। ਗੁਰੂ ਦੇ ਚਰਨਾਂ ਵਿੱਚ ਆ ਕੇ ਤੇ ਸਾਨੂੰ ਕੀ ਪ੍ਰਾਪਤ ਕਰਨਾ ਚਾਹੀਦਾ? ਗੁਰੂ ਦੇ ਚਰਨਾਂ ਦੀ ਧੂੜ। ਧੂੜ ਤੋਂ ਭਾਵ ਹੈ ਨਿਮਰਤਾ। ਗੁਰੂ ਦੇ ਚਰਨਾਂ ਵਿੱਚ ਆ ਕੇ ਵੀ ਜੇ ਸਾਡੇ ਅੰਦਰ ਨਿਮਰਤਾ ਨਾ ਆਈ ਤੇ ਜਮਾਂ ਦਾ ਜਾਲ ਨਹੀਂ ਕੱਟਿਆ ਜਾਵੇਗਾ। ਜਮਾਂ ਦਾ ਜਾਲ ਤਾਂ ਹੀ ਕੱਟਿਆ ਜਾਵੇਗਾ ਜੇ ਗੁਰੂ ਦੇ ਚਰਨਾਂ ਵਿੱਚ ਆ ਕੇ ਗੁਰੂ ਦੇ ਚਰਨਾਂ ਦੀ ਧੂਰੀ ਪ੍ਰਾਪਤ ਕਰਾਂਗੇ, ਨਿਮਰਤਾ ਪ੍ਰਾਪਤ ਕਰਾਂਗੇ, ਫਿਰ ਜਮਾਂ ਦਾ ਜਾਲ ਕੱਟਿਆ ਜਾਵੇਗਾ। ਚਰਨ ਕਮਲ ਬਸੇ ਮੇਰੇ ਮਨ ਕੇ। ਗੁਰੂ ਸਾਹਿਬ ਜੀ ਦੇ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਰੂਪੀ ਚਰਨ ਕਮਲ ਮੇਰੇ ਮਨ ਵਿੱਚ ਵਸ ਗਏ। ਕਾਰਜ ਸਵਾਰੇ ਸਗਲੇ ਤਨ ਕੇ। ਸਤਿਗੁਰਾਂ ਨੇ ਕਿਰਪਾ ਕੀਤੀ, ਜਿਨੇ ਵੀ ਸਰੀਰ ਕਰਕੇ ਕਾਰਜ ਕਰਨੇ ਸਨ, ਉਹ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਸਵਾਰ ਦਿੱਤੇ। ਜਾ ਕੈ ਮਸਤਕ ਰਾਖਾ ਹਾਥ। ਗੁਰੂ ਸਾਹਿਬ ਜੀ ਜਿਸ ਦੇ ਮੱਥੇ ਤੇ ਹੱਥ ਰੱਖਦੇ, ਪ੍ਰਭ ਮੇਰੋ ਅਨਾਥ ਕੋ ਨਾਥ। ਸੰਗਤ ਜੀ ਮੇਰਾ ਪ੍ਰਭੂ ਅਨਾਥਾਂ ਦਾ ਨਾਥ ਮਾਲਕ ਹੈ। ਪਤਿਤ ਉਦਾਹਰਨ ਕਿਰਪਾ ਨਿਧਾਨ। ਉਹ ਵਾਹਿਗੁਰੂ ਕਿਰਪਾ ਦਾ ਖਜ਼ਾਨਾ ਹੈ ਤੇ ਪਾਪੀਆਂ ਦਾ ਉਧਾਰ ਕਰਨ ਵਾਲਾ ਹੈ। ਭਗਤ ਰਵਿਦਾਸ ਜੀ ਨੇ ਇਸੇ ਕਰਕੇ ਕਿਹਾ ਨਾ, ਜਾਓ ਪੈ ਹਮਣਾ ਪਾਪ ਕਰੰਤਾ, ਆਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਇਹ ਅਕਾਲ ਪੁਰਖ ਵਾਹਿਗੁਰੂ ਜੀ, ਜੇ ਅਸੀਂ ਪਾਪ ਨਾ ਕਰਦੇ ਤੇ ਤੁਹਾਨੂੰ ਕਿਸੇ ਨੇ ਪਤਤ ਪਾਵਨ ਨਹੀਂ ਸੀ ਕਹਿਣਾ, ਇਹ ਤੁਹਾਡਾ ਨਾਮ ਨਹੀਂ ਸੀ ਹੋਣਾ ਸੰਸਾਰ ਵਿੱਚ। ਜੇ ਅਸੀਂ ਪਾਪ ਕੀਤੇ ਤੇ ਆਪ ਜੀ ਦਾ ਨਾਮ ਪੈ ਗਿਆ ਪਤਤ ਪਾਵਨ। ਤੇ ਸਤਿਗੁਰੂ ਜੀ ਕਹਿੰਦੇ ਕਿਰਪਾ ਦਾ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਪਾਪੀਆਂ ਦਾ ਉਧਾਰ ਕਰਨ ਵਾਲਾ ਹੈ। ਸਦਾ ਸਦਾ ਜਾਈਐ ਕੁਰਬਾਨ। ਸਦੀਵ ਕਾਲ ਭਾਈ ਉਹਦੇ ਤੋਂ ਕੁਰਬਾਨ, ਵਾਰ ਨੇ ਫੇਰ ਨੇ ਜਾਈਏ। ਨਿਰਮਲ ਮੰਤ ਦੇ ਜਿਸ ਦਾਨ। ਗੁਰੂ ਸਾਹਿਬ ਜੀ ਕਿਰਪਾ ਕਰਕੇ ਜਿਨ੍ਹਾਂ ਨੂੰ ਨਿਰਮਲ ਪਵਿੱਤਰ ਵਾਹਿਗੁਰੂ ਗੁਰਮੰਤਰ ਦਾ ਦਾਨ ਦਿੰਦੇ ਨੇ, ਤਜਹਿ ਬਿਕਾਰ ਬਿਨਸੈ ਅਭਿਮਾਨ। ਸੰਗਤ ਜੀ ਉਹ ਫਿਰ ਵਿਕਾਰਾਂ ਨੂੰ ਛੱਡ ਦਿੰਦੇ ਨੇ। ਮਾੜੇ ਕਰਮ ਜਿਹੜੇ ਨੇ ਨਾ, ਉਹਨਾਂ ਨੂੰ ਤਿਆਗ ਦਿੰਦੇ ਨੇ। ਗੁਰੂ ਕਿਰਪਾ ਕਰਕੇ ਜਿਨ੍ਹਾਂ ਨੂੰ ਪਵਿੱਤਰ ਵਾਹਿਗੁਰੂ ਗੁਰ ਸ਼ਬਦ ਦਾ ਦਾਨ ਦਿੰਦੇ ਨੇ, ਇਹ ਵੀ ਉਹਦੀ ਕਿਰਪਾ ਹੋਵੇ, ਫਿਰ ਵਾਹਿਗੁਰੂ ਗੁਰਮੰਤਰ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਰਹਿਮਤ ਕਰਨ ਤਾਂ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮਰਜ਼ਾਦਾ ਬਣਾ ਦਿੱਤੀ ਕਿ ਜੋ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੇਗਾ, ਪੰਜ ਪਿਆਰੇ ਹੀ ਉਹਨੂੰ ਗੁਰਮੰਤਰ ਦੀ ਦਾਤ ਬਖਸ਼ਿਸ਼ ਕਰਨਗੇ। ਵਾਹਿਗੁਰੂ ਗੁਰਮੰਤਰ ਹੈ ਜਾਂ ਭਉਮੈ ਕੋਈ। ਸੰਗਤ ਜੀ ਵਾਹਿਗੁਰੂ ਗੁਰਮੰਤਰ ਹੈ
ਕਿ ਜਿਹੜਾ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਾ ਹੈ ਉਹਦੇ ਅੰਦਰੋਂ ਹੰਗਤਾ ਮਮਤਾ ਜਿਹੜੀ ਹੈ ਇਹ ਨਿਵਰਤ ਹੋ ਜਾਂਦੀ ਹੈ। ਤਜੇ ਬੇਕਾਰ ਬਿਨਸੈ ਅਭਿਮਾਨ, ਉਹ ਵਿਕਾਰਾਂ ਨੂੰ ਛੱਡ ਦਿੰਦਾ ਹੈ। ਜਿਹੜਾ ਵਾਹਿਗੁਰੂ ਗੁਰਮੰਤਰ ਦਾ ਅਭਿਆਸੀ ਹੈ ਤੇ ਉਹਦੇ ਅੰਦਰੋਂ ਅਭਿਮਾਨ ਜਿਹੜਾ ਇਹ ਵੀ ਨਿਵਰਤ ਹੋ ਜਾਂਦਾ ਹੈ। ਏਕ ਧਿਆਈਐ ਸਾਧ ਕੈ ਸੰਗ, ਸੱਚੇ ਪਾਤਸ਼ਾਹ ਜੀ ਕਹਿੰਦੇ ਸਾਧੂਆਂ ਦੀ ਸੰਗਤ ਵਿੱਚ ਰਲ ਕਰਕੇ ਅਥਵਾ ਸਾਧ ਸੰਗਤ ਨਾਲ ਮਿਲ ਕੇ ਇੱਕ ਵਾਹਿਗੁਰੂ ਨੂੰ ਚੇਤੇ ਕਰੀਏ ਜੀ। ਪਾਪ ਬਿਨਾਸੇ ਨਾਮ ਕੈ ਰੰਗ, ਜਦੋਂ ਸਾਡਾ ਨਾਮ ਨਾਲ ਪ੍ਰੇਮ ਪੈ ਗਿਆ, ਰੰਗ ਨਾਮ ਪ੍ਰੇਮ ਦਾ ਹੈ ਸੰਗਤ ਜੀ, ਨਾਮ ਨਾਲ ਪ੍ਰੇਮ ਪੈ ਗਿਆ ਫਿਰ ਪਾਪ ਬਿਨਾਸੇ, ਫਿਰ ਜਿਹੜੇ ਸਾਡੇ ਕੀਤੇ ਹੋਏ ਪਾਪ ਨੇ ਉਹ ਨਿਵਰਤ ਹੋ ਜਾਣਗੇ। ਗੁਰ ਪਰਮੇਸ਼ਰ ਸਗਲ ਨਿਵਾਸ, ਗੁਰੂ ਅਤੇ ਪਰਮੇਸ਼ਰ ਸੰਗਤ ਜੀ ਇੱਕੋ ਰੂਪ ਨੇ। ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਗੁਰ ਪਰਮੇਸ਼ਰ ਏਕੋ ਜਾਣ। ਗੁਰੂ ਪਰਮੇਸ਼ਰ ਰੂਪ ਹੈ ਤੇ ਪਰਮੇਸ਼ਰ ਗੁਰੂ ਰੂਪ ਹੈ, ਇਹਨਾਂ ਦੇ ਵਿੱਚ ਅੰਤਰ ਨਹੀਂ ਜਾਣਨਾ। ਤੇ ਸਤਿਗੁਰੂ ਜੀ ਕਹਿੰਦੇ ਗੁਰ ਪਰਮੇਸ਼ਰ ਸਗਲ ਨਿਵਾਸ, ਗੁਰੂ ਤੇ ਪਰਮੇਸ਼ਰ ਦਾ ਸਾਰੀਆਂ ਤਾਵਾਂ ਤੇ ਹੀ ਨਿਵਾਸ ਹੈ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਗੁਰੂ ਪਰਮੇਸ਼ਰ ਨਾ ਵਸਿਆ ਹੋਵੇ। ਘਾਟ ਘਾਟ ਰਵ ਰਹਿਆ ਗੁਣਤਾਸ, ਗੁਣਾਂ ਦਾ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਸਾਰੇ ਹੀ ਸਰੀਰਾਂ ਦੇ ਵਿੱਚ ਰਵ ਰਿਹਾ ਹੈ। ਸਾਰੇ ਸਰੀਰਾਂ ਦੇ ਵਿੱਚ ਹੀ ਭਰਪੂਰ ਹੋ ਰਿਹਾ ਸੰਗਤ ਜੀ। ਭਾਵੇਂ ਉਹ ਸਰੀਰ ਮਨੁੱਖ ਦਾ ਹੈ, ਭਾਵੇਂ ਪਸ਼ੂ ਪੰਛੀਆਂ ਦਾ ਹੈ, ਕਿਉਂਕਿ ਉਹ ਸਾਰਿਆਂ ਦੇ ਵਿੱਚ ਹੀ ਰਮਿਆ ਹੋਇਆ ਹੈ। ਘਟ ਘਟ ਮੈਂ ਅਰਜੂ ਵਸੈ ਸੰਤਨ ਕਹਿਓ ਪੁਕਾਰ, ਉਹ ਸਾਰਿਆਂ ਦੇ ਵਿੱਚ ਹੀ ਵਸਦਾ। ਦਰਸ ਦੇਹ ਧਾਰੋ ਪ੍ਰਭ ਆਸ, ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਨੇ ਮਹਾਰਾਜ, ਮੈਂ ਇਹ ਆਸ ਧਾਰਨ ਕੀਤੀ ਹੋਈ ਹੈ ਕਿ ਆਪ ਕਿਰਪਾ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕਰੋਗੇ। ਨਿਤ ਨਾਨਕ ਚਿਤਵੈ ਸਾਚੋ ਅਰਦਾਸ, ਹਜੂਰ ਕਹਿੰਦੇ ਨੇ ਵਾਹਿਗੁਰੂ ਮੈਂ ਨਿਤਾ ਪ੍ਰਤੀ ਇਹੀ ਚਿਤਵਦਾ ਹਾਂ ਕਿ ਆਪ ਜੀ ਦੇ ਦਰਸ਼ਨ ਦੀਦਾਰ ਹੋ ਜਾਣ। ਇਹੀ ਮੇਰੇ ਆਸ ਹੈ, ਲੰਮੀ ਉਡੀਕ ਕਰਕੇ ਬੈਠਾ ਹੋਇਆ ਹਾਂ। ਤੇ ਸੱਚੇ ਪਾਤਸ਼ਾਹ ਇਹੀ ਮੇਰੀ ਅਰਦਾਸ ਬੇਨਤੀ ਹੈ ਵਾਰ-ਵਾਰ, ਆਪ ਜੀ ਦੇ ਦਰਸ਼ਨਾਂ ਦੀ ਪਿਆਸ ਰੱਖ ਕੇ, ਤਾਂਘ ਰੱਖ ਕੇ ਹੀ ਮੈਂ ਆਪ ਜੀ ਨੂੰ ਚਿਤਵਦਾ ਹਾਂ, ਚੇਤੇ ਕਰਦਾ ਹਾਂ। ਜਿਵੇਂ ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ, ਇਹ ਦੋਏ ਨੈਣਾ ਮਤ ਛੋਹ ਫਿਰ ਦੇਖਣ ਕੀ ਆਸ। ਅਜੇ ਵੀ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਵੇਖਣ ਦੀ ਆਸ ਹੈ। ਐ ਕਾਵੋ ਤੋਈ ਮੇਰੀਆਂ ਅੱਖਾਂ ਨੂੰ ਕੁਛ ਨਾ ਕਿਉ ਜੇ। ਸਤਿਗੁਰੂ ਰਹਿਮਤ ਕਰਨ, ਅਸੀਂ ਵੀ ਉਹਦੇ ਦਰਸ਼ਨ ਦੇ ਦੀਦਾਰ ਕਰਨ ਦੀ ਆਸ ਨਿਤਾ ਪ੍ਰਤ ਚਿਤਵਦੇ ਰਹੀਏ ਤਾਂ ਸਾਡੇ ਤੇ ਵੀ ਉਹ ਕਿਰਪਾ ਕਰੇਗਾ। ਇਹ ਸਤਿਗੁਰਾਂ ਨੇ ਚੱਲ ਰਹੀ ਲੜੀਵਾਰ ਕਥਾ ਦੇ ਵਿੱਚੋਂ ਪਾਵਨ ਸ਼ਬਦ ਦੀ ਵਿਚਾਰ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰ, ਆਪ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ। ਗੁਰ ਪਰਮੇਸ਼ਰ ਸਗਲ ਨਿਵਾਸ, ਘਾਟ ਘਾਟ ਰਵ ਰਹਿਆ ਗੁਣਤਾਸ, ਦਰਸ ਦੇਹ ਧਾਰੋ ਪ੍ਰਭ ਆਸ, ਨਿਤ ਨਾਨਕ ਚਿਤਵੈ ਸਾਚੇ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।